ਮੈਨੂੰ ਜਦੋਂ ਪਰਮਿੰਦਰ ਸੋਢੀ ਤੇ ਤਨਦੀਪ ਤਮੰਨਾ ਦੀ ਸਾਂਝੀ ਕਾਵਿ ਪੁਸਤਕ ਦਾ ਸਭ ਕਾ ਮੰਗਲ ਹੋਏ ਬਾਰੇ ਬੋਲਣ ਲਈ ਸੱਦਾ ਪੱਤਰ ਮਿਲਿਆ ਤੇ ਮੇਰੇ ਮਨ ਵਿੱਚ ਦਿਲਚਸਪੀ ਸੀ, ਕਿਉਂਕਿ ਮੇਰੀ ਜੀਵਨ ਜਾਂਚ ਵਿਚਾਰਧਾਰਾ ਤੇ ਸੋਚ ਵੱਖਰੀ ਆ। ਮਿਸਾਲ ਵਜੋਂ ਮੇਰੀ ਦਿਲਚਸਪੀ ਬਾਹਰੀ ਘਟਨਾਵਾਂ ਜਿਵੇਂ ਵਿਗਿਆਨਕ ਖੋਜਾਂ, ਤਕਨੀਕੀ ਕਾਢਾਂ, ਸਮਾਜਿਕ ਸੱਭਿਆਚਾਰਕ ਪਰਿਵਰਤਨ ਅਤੇ ਰਾਜਸੀ ਪ੍ਰਸਥਿਤੀਆਂ ਵਿੱਚ ਵਧੇਰੇ ਰਹਿੰਦੀ ਹੈ। ਮਨੁੱਖੀ ਜੀਵਨ ਦੇ ਅੰਦਰ ਵੀ ਮੈਨੂੰ ਤੀਬਰ ਦੁੱਖ ਸੁੱਖ ਦੀਆਂ ਭਾਵਨਾਵਾਂ ਵਧੇਰੇ ਟੁੰਬਦੀਆਂ। ਵਿਚਾਰਧਾਰਕ ਸੋਚ ਪੱਖੋਂ ਮੈਨੂੰ ਬਾਹਰਮੁਖੀ, ਵਿਗਿਆਨਕ, ਤਰਕਸ਼ੀਲ ਵਧੇਰੇ ਕਰਕੇ ਮਾਰਕਸਵਾਦੀ ਵਿਚਾਰ ਚੌਖਟ ਵਿੱਚ ਸੋਚਣ ਦੀ ਆਦਤ ਆ। ਉਹੀ ਮੈਨੂੰ ਮੁਕਾਬਲਤਨ ਠੀਕ ਲੱਗਦਾ। ਇਸ ਲਈ ਅਧਿਆਤਮਕ ਰਹੱਸਵਾਦੀ ਅੰਦਰ ਦੀ ਯਾਤਰਾ ਦੇ ਸੰਕਲਪਾਂ ਵਿੱਚ ਬਹੁਤੀ ਦਿਲਚਸਪੀ ਨਹੀਂ। ਦੂਸਰੇ ਪਾਸੇ ਮੇਰੇ ਮਨ ਵਿੱਚ ਇਹ ਵੀ ਵਿਚਾਰ ਸੀ ਕਿ ਦੂਜੇ ਵਿਅਕਤੀਆਂ ਤੇ ਦੂਜੇ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜਾਣੇ ਬਗੈਰ, ਕਿਸੇ ਪੂਰਵ ਗ੍ਰਹਿ ਦਾ ਸ਼ਿਕਾਰ ਹੋਏ ਬਗੈਰ ਉਹਨਾਂ ਨੂੰ ਛੱਡ ਦੇਣਾ, ਰੱਦ ਕਰਨਾ, ਉਹਨਾਂ ਨੂੰ ਪੜ੍ਹਨਾ ਹੀ ਨਾ ਜਾਂ ਉਹਨਾਂ ਦੇ ਅਹਿਸਾਸਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਨਾ ਕਰਨੀ, ਕੀ ਇਹ ਕੋਈ ਚੰਗੀ ਗੱਲ ਆ? ਇਸ ਕਰਕੇ ਮੈਂ ਇਸ ਪ੍ਰੋਗਰਾਮ ਲਈ ਹਾਂ ਕਰਤੀ। ਇਹਦਾ ਇੱਕ ਕਾਰਨ ਹੋਰ ਵੀ ਸੀ। ਮੈਂ ਪਰਮਿੰਦਰ ਸੋਢੀ ਨੂੰ ਕਾਫੀ ਚਿਰ ਤੋਂ ਪੜ੍ਹਦਾ ਆ ਰਿਹਾ, ਉਹਦਾ ਪਾਠਕ ਹਾਂ, ਥੋੜ੍ਹਾ ਜਿਹਾ ਉਹਨੂੰ ਜਾਣਦਾ ਵੀ ਹਾਂ, ਉਹਦੀ ਜੀਵਨ ਸ਼ੈਲੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਤਨਦੀਪ ਤਮੰਨਾ ਨੂੰ ਮੈਂ ਬਿਲਕੁਲ ਨਹੀਂ ਜਾਣਦਾ। ਪੁਸਤਕ ਪੜ੍ਹਦਿਆਂ ਪਤਾ ਲੱਗਿਆ ਕਿ ਉਹ ਕੈਨੇਡਾ ਰਹਿੰਦੀ ਆ। ਉਸ ਦੀਆਂ ਕੁਝ ਰਚਨਾਵਾਂ ਅਖਬਾਰਾਂ ਰਸਾਲਿਆਂ ਵਿੱਚ ਪੜ੍ਹੀਆਂ ਜ਼ਰੂਰ ਸੀ, ਪਰ ਉਹਦੀ ਮੈਂ ਪੁਸਤਕ ਪਹਿਲਾਂ ਨਹੀਂ ਸੀ ਕੋਈ ਪੜ੍ਹੀ। ਇਸੇ ਮਨੋਸਥਿਤੀ ਵਿੱਚ ਮੈਂ ਪੁਸਤਕ ਪੜ੍ਹੀ ਤੇ ਇਸ ਲਈ ਸਿਧਾਂਤਕ ਗੱਲਬਾਤ ਨਹੀਂ, ਸਿਰਫ ਮੈਂ ਆਪਣੇ ਅਨੁਭਵ ਤੁਹਾਡੇ ਨਾਲ ਸਾਂਝੇ ਕਰਨੇ। ਪਹਿਲੀ ਗੱਲ ਤੇ ਕਿ ਸਾਂਝੀ ਪੁਸਤਕ ਲਿਖਣ ਦਾ ਇਹ ਕੋਈ ਪਹਿਲਾ ਪ੍ਰਯੋਗ ਤਾਂ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਸ ਤੋਂ ਪਹਿਲਾਂ ਵੀ ਨਵਤੇਜ ਭਾਰਤੀ ਤੇ ਜਮੇਰ ਰੋਡੇ ਦਾ ਸੰਗ੍ਰਹਿ ਲੀਲਾ ਵੀ ਆ ਚੁੱਕਿਆ, ਪਰ ਇਹ ਆਪਣੇ ਆਪ ਵਿੱਚ ਵਿਲੱਖਣ ਜ਼ਰੂਰ ਆ, ਕਿਉਂਕਿ ਇਹਨਾਂ ਕਵਿਤਾਵਾਂ ਦਾ ਲਿਖਣ ਸਮਾਂ ਨੇੜੇ ਤੇੜੇ ਦਾ। ਦੂਜੀ ਗੱਲ ਕਿ ਇਹਦੇ ਵਿੱਚੋਂ ਇੱਕ ਲੇਖਕ ਔਰਤ ਆ ਤੇ ਇੱਕ ਮਰਦ ਆ। ਇੱਕ ਤਰ੍ਹਾਂ ਦੀ ਇਹ ਕਿਤਾਬ ਇਸ ਤਰ੍ਹਾਂ ਹੈ ਜਿਵੇਂ ਅਰਧ ਨਾਰੀਸ਼ਵਰ ਦਾ ਸੰਕਲਪ ਹੈਗਾ ਕਿ ਉਸ ਕਿਸਮ ਦਾ। ਇਹ ਜਿਹੜਾ ਉਹਨਾਂ ਨੇ ਕਾਰਜ ਕੀਤਾ, ਇਹ ਕੋਈ ਛਪਾਈ ਦਾ ਖਰਚ ਘਟਾਉਣ ਕਾਰਨ ਨਹੀਂ ਕੀਤਾ, ਸਗੋਂ ਮਨ ਦੀ ਮੌਤ 'ਚ ਕੀਤਾ। ਇਸ ਲਈ ਇਹ ਦੋ ਕਵੀਆਂ ਦੀ ਭਾਵਕ ਸਾਂਝ ਵੀ ਆ। ਇਹਦੇ ਵਿੱਚ ਜਿਹੜੀ ਬਿਮਾਰੀ ਆ, ਉਹਦਾ ਜਿਹੜਾ ਪਿਛੋਕੜ ਆ, ਉਹ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਹਾਜ਼ਰ ਹੈਗਾ ਕਿ ਇੱਕ ਜਿਹੜਾ ਸਾਡਾ ਕਵੀ ਆ ਉਹ ਬਿਮਾਰ ਆ, ਉਹ ਵੀ ਕਿਤੇ ਪਿੱਛੇ ਪਿਆ ਹੈਗਾ। ਇਹਨਾਂ ਪਰਿਸਥਿਤੀਆਂ ਦੇ ਵਿੱਚ ਜਦੋਂ ਮੈਂ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਗੱਲ ਸਭ ਤੋਂ ਪਹਿਲਾਂ ਟਾਈਟਲ ਤੋਂ ਸ਼ੁਰੂ ਕਰਾਂ ਕਿ ਸਭ ਕਾ ਮੰਗਲ ਹੋਏ। ਪੁਸਤਕ ਦਾ ਟਾਈਟਲ, ਪੁਸਤਕ ਦੇ ਅੰਤ 'ਚ ਤਨਦੀਪ ਦੀ ਇੱਕ ਕਵਿਤਾ ਹੈਗੀ ਹੈ ਜਿਹਦੀਆਂ ਅੰਤਲੀਆਂ 17 ਹੀ ਹੈ ਕਿ ਸਭ ਕਾ ਮੰਗਲ ਹੋਏ। ਇਹ ਸ਼ੁਭ ਭਾਵਨਾ ਹੈ, ਪ੍ਰਸ਼ੰਸਾਯੋਗ ਆ, ਪਰ ਸਭ ਦਾ ਮੰਗਲ ਕਿਵੇਂ ਹੋਵੇ? ਘਾਹ ਤੇ ਬੱਕਰੀ ਦਾ, ਬੱਕਰੀ ਤੇ ਸ਼ੇਰ ਦਾ, ਸ਼ੇਰ ਤੇ ਮਨੁੱਖ ਦਾ, ਸਭ ਦਾ ਮੰਗਲ ਇੱਕੋ ਵੇਲੇ ਕਿਵੇਂ ਹੋਵੇ? ਮੋਟੇ ਤੌਰ ਤੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਰਹੀ ਸੀ ਕਿ ਸ਼ੋਸ਼ਣ ਕਰਤਾ ਦਾ ਤੇ ਸ਼ੋਸ਼ਣਕਾਰ ਦਾ, ਸ਼ਿਕਾਰੀ ਦਾ ਤੇ ਸ਼ਿਕਾਰ ਹੋਣ ਵਾਲੇ ਦਾ, ਦੋਹਾਂ ਦਾ ਇੱਕੋ ਵੇਲੇ ਮੰਗਲ ਕਿਵੇਂ ਹੋ ਸਕਦਾ ਹੈ? ਪੰਜਾਬ ਦੇ ਪ੍ਰਸੰਗ 'ਚ ਤਾਂ ਮੈਨੂੰ ਇਹ ਗੱਲ ਹੋਰ ਵੀ ਅਜੀਬ ਲੱਗੀ ਕਿ ਕਿਸਾਨਾਂ ਦਾ ਤੇ ਕਾਰਪੋਰੇਟਾਂ ਦੋਹਾਂ ਦਾ ਮੰਗਲ ਇੱਕੋ ਵੇਲੇ ਕਿਵੇਂ ਹੋਊਗਾ? ਕਮਾਲ ਦੀ ਗੱਲ ਹੈ ਕਿ ਪੁਸਤਕ ਤਾਂ ਇਸ ਪ੍ਰਸ਼ਨ ਨੂੰ ਬਿਲਕੁਲ ਵੀ ਮੁਖਾਤਬ ਨਹੀਂ, ਪਰ ਮੇਰੇ ਮਨ ਵਿੱਚ ਵਾਰ-ਵਾਰ ਇਹੀ ਪ੍ਰਸ਼ਨ ਘੁੰਮੀ ਜਾ ਰਿਹਾ ਸੀ ਕਿ ਭਾਈ ਅਖੀਰ ਫਿਰ ਸਭ ਦਾ ਮੰਗਲ ਹੋਊ ਕਿਵੇਂ? ਇਹਨਾਂ ਭਾਵਾਂ ਦੇ ਵਿੱਚ ਮੈਂ ਇਹ ਪੁਸਤਕ ਪੜ੍ਹਨੀ ਸ਼ੁਰੂ ਕੀਤੀ। ਪਰ ਜਿਹੜਾ ਦਰਸ਼ਨ ਦਾ ਮੁੱਖ ਪ੍ਰਸ਼ਨ ਆ, ਦਰਸ਼ਨ ਦਾ ਤਾਂ ਮੁੱਖ ਪ੍ਰਸ਼ਨ ਹੀ ਇਹ ਹੈਗਾ ਕਿ ਦਰਸ਼ਨ ਦਾ ਪ੍ਰਸ਼ਨ ਤਾਂ ਇਹ ਹੀ ਆ ਕਿ ਫਿਰ ਇਹਦੇ ਉਲਟ ਸੋਚੀਏ ਜੇ ਅਸੀਂ ਕਿ ਸਭ ਦਾ ਅਮੰਗਲ ਹੋਵੇ, ਇਹ ਕੋਈ ਤਰਕਯੁਕਤ ਗੱਲ ਆ? ਕੁਝ ਧਿਰ ਦਾ ਨਿਸ਼ਚੇ ਹੀ ਆਪਣੇ ਧਿਰ ਦਾ ਹੀ ਮੰਗਲ ਮੰਨੀਏ ਤਾਂ ਫੇਰ ਤਾਂ ਇਹ ਹੈ ਕਿ ਕਾਣੀ ਵੰਡ, ਲੁੱਟ ਖੋਹ, ਲੜਾਈ ਝਗੜਾ, ਅਨਿਆਂ, ਇਹ ਤਾਂ ਸਾਰਾ ਕੁਝ ਫਿਰ ਮੌਜੂਦ ਹੀ ਰਹੂਗਾ। ਫਿਰ ਮੈਨੂੰ ਲੱਗਿਆ ਕਿ ਮੈਨੂੰ ਇਹ ਕਵਿਤਾ ਕਿਸੇ ਹੋਰ ਢੰਗ ਨਾਲ ਪੜ੍ਹਨੀ ਚਾਹੀਦੀ ਹੈ। ਸਿੱਖ ਧਰਮ ਦੇ ਵਿੱਚ ਵੀ ਪਹਿਲਾਂ ਵੀ ਜਦੋਂ ਹਜੇ ਆਪਾਂ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਸੀਗਾ, ਪ੍ਰੋਫੈਸਰ ਮਹਿੰਦਰ ਸਿੰਘ ਜੀ ਕਹਿ ਰਹੇ ਸੀਗੇ ਕਿ ਸਰਬੱਤ ਦੇ ਭਲੇ ਦੀ ਗੱਲ ਆ ਜਿਹੜੀ ਉਹ ਸਿੱਖ ਧਰਮ ਦੇ ਵਿੱਚ ਵੀ ਆਉਂਦੀ ਹੈ, ਪਰ ਨਸਲ, ਭਾਸ਼ਾ ਜਾਂ ਧਰਮ ਜਾਂ ਖਿੱਤੇ ਤੋਂ ਉੱਪਰ ਉੱਠ ਕੇ ਸਭ ਦਾ ਮੰਗਲ, ਸਭ ਦਾ ਭਲਾ ਕਿਵੇਂ ਹੋਵੇ? ਸਭ ਨੂੰ ਦੁੱਖਾਂ ਤੋਂ ਛੁਟਕਾਰਾ ਕਿਵੇਂ ਮਿਲੇ? ਇਸ ਪ੍ਰਸ਼ਨ ਦਾ ਉੱਤਰ ਹੀ ਮਹਾਤਮਾ ਬੁੱਧ ਨੇ ਵੀ ਲੱਭਣਾ ਸੀ। ਨਿਸ਼ਚੇ ਹੀ ਉਹਨਾਂ ਨੇ ਇੱਕ ਸਾਨੂੰ ਥਿਊਰੀ ਦਿੱਤੀ ਕਿ ਭਾਈ ਦੁਨੀਆ ਦੁੱਖਾਂ ਦਾ ਘਰ ਆ,
हर कारज का कोई ना कोई कारण हुंदा है, इस करके दुखों का भी कोई कारण होगा। जे कारण दूर कर दईए तो दुख भी दूर हो जाएंगे। उन्होंने कहा कि दुखों का कारण है जिहड़ा मानवी तृष्णावां है, काम क्रोध लोभ मोह हंकार, इहो जिहियां इछावां हन। जे इन्हां तृष्णावां ते काबू पा लईए ते काबू पाउण लई उन्होंने अष्टांग मार्ग दस्सिया ते उहदा सार तत्त इह है कि जिंदगी सहज रूप विच जीओ ते जिउंदे रहण लई जरूरी पदार्थक लोड़ां ते मानवी होंद महसूस करन दी इच्छा जरूरी आ। पर जदों लोभ लालच ते तृष्णावां हदों वध जाण तां फेर दुख पैदा। इत्थों ही बुद्ध का जीवन मार्ग मध मार्ग की शुरुआत हुंदी आ, संघ का जन्म हुंदा है। पर प्रश्न उत्थे ही खड़ा है कि आखिर सब कुछ त्याग के कुछ लोग भिक्षु बन सकते हैं, पर जे सारे ही भिक्षु बन जाण फिर भिक्षुआं नूं भिखिया देण लई अन्न कौन उपजाएगा। जीवन जिउण लई घट्टो घट्ट जरूरी वस्तां दा उत्पादन तां किसी नूं करना ही पैना है, वो उत्पादन कौन करूगा। ये मेरे मूहरे समस्या आ गई कि भिक्षु तो अपनी हौमे मार सकता है, भिक्षु अपनी हौमे मार लू, पर जिहड़ा उहनूं भिखा दिंदा है उहदे अंदर तां ना अहंकार किते पैदा हो जाऊगा कि मैं इहनूं भिखिया दिना है। इहो जे प्रश्न आ जिहड़े इस किताब नूं पढ़दिआं ते पढ़न दे दरम्यान मेरे मन दे उत्ते बहुत हावी रहे। पता नहीं ये प्रश्न सही सी या गलत सी, उठने चाहिए सी या नहीं उठने चाहिए सी, पर मेरे मन में उठे। लगता है कि कई बार ये भी लगता है कविता नूं इउं नहीं पढ़ना चाहिए, पर मैं अपने तुहाडे नाल मनोस्थिति साझी की कि जदों मैं किताब नूं पढ़ना शुरू किया, मैनूं ये लग्गिया कि जिहड़ा बंदा खुद भिक्षु बन जाता है वो तो चलो बन जाता है। तनदीपे की भूमिका दे विच ही लिखदी आ आपदे गुरु के हवाले नाल कि भिखिया मंगण की किरिया नाल साधक दे धुर अंदरों अहंकार का विसर्जन होना शुरू हो जाता है। प्रश्न उत्थे ही खड़ा है कि ये सब इस मार्ग ते चल जाते हैं कि भिखिया देण वाले दे अंदर अहंकार भावता नहीं आ जाऊगा। इसका एक होर पसार वखरा भी हैगा कि की फिर भिक्षुआं दे भेख विच भिखिया मंगण वाले तो नहीं पैदा हो जाएंगे। पर अज का यह मसला नहीं, इहनूं आपां पासे छड्डदे हां। असीं जिहड़े असल भिक्षु दे मूल संकल्प आ सच्चे सुच्चे भावां वाल ही ध्यान करते हैं कि भिक्षु दुनिया तो निर्लेप सच मार्ग ते तुरदा, नवें ज्ञान तलाशदा, नवीआं मंजिलां चढ़दा, सहजे सहज जीवन जिउंदा है। असल में साडे दोनों कवि भिक्षु नूं इन्हां अर्थां विच ही तलाशदे आ, जां कह लो पुनर परिभाषित करते आ, जां ये कह लो कि उहनूं एक तरह दोबारा सिरजदे आ। भिक्षु नूं भी ओह दोबारा सिरजदे आ, उन्हां दा अपना एक भिक्षु आ। बुद्ध का ही एक होर सूत्र है कि परिवर्तन जिहड़ा हैगा कुदरत का नियम आ। अज बुद्ध मत भी वो बुद्ध मत नहीं जिहड़ा बुद्ध मत आरंभ दे विच सीगा। असीं जे हीनयान ते महायान दीआं शाखावां नूं छड्डीए भी तां इहदा चाहे चीन दे विच कन्फ्यूशियस नाल चाहे ताओवाद नाल मेल होया ते बाहर मुखी परिस्थितियां बदलण नाल अज वो नहींगा भिक्षु। अजोके तकनोलॉजी वाले ग्लोबली पूंजी प्रभावी समाज विच भिक्षु भी पुनर परिभाषित होवेगा। तो मैनूं ये लगता है परमिंदर सोढी ते तनदीप तमन्ना भी यही काम कर रहे आ कि वो भिक्षु नूं पुनर परिभाषित करन दे चक्कर विच आ कि जे अज भिक्षु होवे जां अज भिक्षु कौन आ। मैनूं इदां लग्गिया कि ये किताब आ जिहड़ी वो सारी इस गल ते जोर दिंदी आ कि आखिर फिर अज भिक्षु कौन आ ते वो भिक्षु दीआं की निशानियां हो सकदियां जां वो भिक्षु किहो जिहा। दोहां दरम्यान सांझ भी आ ते कुछ वखरेवें भी आ। ये सांझ तो इस तरह है कि जिवें किसी गुलदस्ते दे विचों महक आवे, पर जिहड़े उहदे रंग आकार वखरे वखरे आ वो इस कविता दे विच भी दिखाई दिंदे आ। तमन्ना दीआं जिहड़ियां ज़्यादा कवितावां वो अध्यात्मक रहस अध्यक्ष जाप दे निशब्द नूं शब्द करन दी कोशिश आ। मिसाल वजों मेरू कविता जिसनूं माला दे मेरू मणके वांग केंद्री कविता का दर्जा खुद भूमिकानुमा शब्दों में तनदीप ही दिंदी आ। एक पासे मनुख के बुरे हालातों तो उठण दी लोचा दे प्रतीक कुकनस की मिथ वाल इशारा करती है, तो दूजे पासे इस कथा नूं शब्दों का जामा पहनाउण की लोड़ दसदी आ। भाव इस मिथ नूं पुनर दोहराउण ते पक्का करन की लोड़ दसदी आ।
ਤਨਦੀਪ ਦਾ ਜਿਹੜਾ ਭਿੱਖੂ ਆ ਨਾ, ਕਾਫੀ ਹੱਦ ਤੱਕ ਰਵਾਇਤੀ ਆ, ਸਿਰਫ ਬਾਹਰੀ ਸੰਸਾਰ ਬਦਲਿਆ ਪਰ ਉਸ ਅੰਦਰ ਤਿਆਗ, ਇੱਕ ਮੰਤਰ ਵਾਂਗ, ਇੱਕ ਠਹਿਰੇ ਸੰਕਲਪ ਵਾਂਗ ਬੈਠਿਆ ਹੋਇਆ, ਤੇ ਉਸ ਨੂੰ ਆਪਣੀ ਸੀਮਾ ਦਾ ਅਹਿਸਾਸ ਤਾਂ ਹੈ। ਉਹਦੀਆਂ ਜੇ ਅਸੀਂ ਨਜ਼ਮਾਂ ਪੜ੍ਹੀਏ, ਖਾਸ ਕਰਕੇ ਜੇ 38 ਪੰਨੇ ਤੇ ਉਹਦੀ ਇੱਕ ਨਜ਼ਮ ਹੈਗੀ ਆ, ਜੇ ਅਸੀਂ ਉਸ ਨਜ਼ਮ ਵੱਲ ਧਿਆਨ ਕਰੀਏ, ਖਾਸ ਕਰਕੇ ਉਹਦੀ ਨਜ਼ਮ ਹੈਗੀ ਆ ਇਹ 35ਵੀਂ ਨਜ਼ਮ ਹੈਗੀ ਆ, ਸਾਨੂੰ ਲੱਗਦਾ ਹੈ ਕਿ ਜਿਵੇਂ ਸਭ ਕੁਝ ਰੁਕਿਆ ਪਿਆ ਹੈ। ਕੁਝ ਕਵਿਤਾਵਾਂ ਸਾਨੂੰ ਕਹਿੰਦੀਆਂ ਕਿ ਜਿਵੇਂ ਸਭ ਕੁਝ ਇੱਕ ਵਾਰ ਰੁਕਿਆ ਪਿਆ ਹੈ, ਕਿ ਸਮਾਧੀ ਤੋਂ ਪਹਿਲਾਂ ਮੂੰਹ ਹਨੇਰੇ ਭਿੱਖੂ ਨੇ ਵੇਖਿਆ, ਨਜ਼ਰ ਭਰ ਕੇ ਚਫੇਰੇ, ਸੁੱਕੀਆਂ ਛੱਲੀਆਂ ਦੀ ਨੀਂਦਰ ਹੋਈ ਚੂਰ ਚੂਰ, ਆੜੂਆਂ ਦੇ ਰੁੱਖਾਂ ਨੂੰ ਪੈ ਗਿਆ ਤਾਜ਼ਾ ਬੂਰ। ਪਰ ਉਹ ਸਮਕਾਲ ਵਿੱਚ ਨਹੀਂ, ਬਹੁਤਾ ਭੂਤਕਾਲ ਵਿੱਚ ਬਦਲਦਾ ਹੈ। ਅਸਲ ਦੇ ਵਿੱਚ ਇੱਕ ਵੱਡੀ ਜਿਹੜੀ ਸਮੱਸਿਆ ਹੈਗੀ ਆ, ਉਹ ਤ੍ਰਿਪਤਾ ਤੇ ਅਤ੍ਰਿਪਤ ਦੀ ਆ। ਵੱਡੀ ਗੱਲ ਇਹ ਕਿ ਮਨੁੱਖ ਆ ਜਿਹੜਾ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਉਸ ਦੀ ਤ੍ਰਿਪਤੀ ਨਹੀਂ ਹੁੰਦੀ, ਓਨੀ ਦੇਰ ਉਹ ਛੱਡ ਵੀ ਨਹੀਂ ਸਕਦਾ। ਬੁੱਧ ਹੋਣ ਲਈ ਪਹਿਲਾਂ ਇਹ ਵੀ ਜ਼ਰੂਰੀ ਆ ਕਿ ਬੁੱਧ ਕੋਲ ਬੁੱਧ ਵਾਲਾ ਰਾਜ ਹੋਵੇ, ਓਨੀ ਦੇਰ ਵਿਅਕਤੀ ਛੱਡਦਾ ਨਹੀਂ। ਆਚਾਰੀਆ ਰਜਨੀਸ਼ ਵੀ ਬਹੁਤ ਵਾਰੀ ਇਹ ਵਿਅਕਤੀ ਕਹਿੰਦਾ ਸੀ, ਕਿਸੇ ਬੰਦੇ ਨੇ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਕਿ ਤੇਰੇ ਆਸ਼ਰਮ ਦੇ ਵਿੱਚ ਸਾਬਣ 100 ਰੁਪਈਏ ਦਾ ਜਾਂ 500 ਰੁਪਈਏ ਦਾ, ਬਾਹਰ ਇਹ ਜਿਹੜੀ ਟਿੱਕੀ ਆ ਇਹ 5 ਰੁਪਈਏ ਦੀ ਮਿਲ ਜਾਂਦੀ ਹੈ, ਤਾਂ ਤੂੰ ਇੰਨਾ ਭਾਅ ਕਿਉਂ ਰੱਖਿਆ ਇਹਦਾ? ਉਹ ਕਹਿੰਦਾ ਕਿ ਜਿਹੜਾ ਵਿਅਕਤੀ ਅਜੇ ਵੀ ਸਾਬਣ ਦਾ ਭਾਅ ਪੁੱਛਦਾ ਫਿਰਦਾ ਨਾ, ਉਹ ਮੇਰਾ ਚੇਲਾ ਬਣਨ ਦੇ ਯੋਗ ਨਹੀਂ। ਪਰ ਇਹਦਾ ਮਤਲਬ ਤਾਂ ਇਹ ਕਿ ਜਿਹੜੇ ਵਿਅਕਤੀਆਂ ਨੂੰ ਹਜੇ ਭਾਅ ਪੁੱਛਣ ਦੀ ਲੋੜ ਪੈਂਦੀ ਆ, ਉਹ ਤਾਂ ਫਿਰ ਮੁਕਤੀ ਮਾਰਗ 'ਤੇ ਨਹੀਂ ਚੱਲ ਸਕਦੇ। ਉਹਨਾਂ ਨੂੰ ਤਾਂ ਫਿਰ ਹਜੇ ਕੁਝ ਵੇਟ ਕਰਨੀ ਪਊਗੀ। ਉਹਨਾਂ ਨੂੰ ਪਹਿਲਾਂ ਆਪਣੀਆਂ ਜ਼ਰੂਰੀ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ। ਉਹ ਜਿਹੜੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ, ਉਸ ਨੂੰ ਪੂਰੀ ਕਰਦਾ ਹੀ ਬੰਦਾ ਭਗਦੜ ਵਿੱਚ ਪੈ ਜਾਂਦਾ, ਅਤੇ ਉਸ ਭਗਦੜ ਵਿੱਚੋਂ ਉਹਦੇ ਲਈ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਕਿ ਉਹਦੇ ਵਿੱਚੋਂ ਫਿਰ ਨਿਕਲੇ ਕਿਵੇਂ, ਉਹ ਆਵਾਗਾਉਣ ਤੋਂ ਮੁਕਤ ਹੋਵੇ, ਕਿਵੇਂ ਮੁਕਤ ਹੋਵੇ। ਅਸਲ ਦੇ ਵਿੱਚ ਤਾਂ ਇਹ ਸਹਿਜ ਮਾਰਗ ਵੀ ਨਾ ਇੰਨਾ ਸਹਿਜ ਨਹੀਂ ਜਿੰਨਾ ਕਹਿ ਦਈਦਾ ਕਿ ਇਹ ਸਹਿਜ ਮਾਰਗ ਆ। ਇਹ ਸਹਿਜ ਮਾਰਗ ਲਈ ਵੀ ਕਠਿਨ ਤਪੱਸਿਆ ਚਾਹੀਦੀ ਹੈ। ਤਾਂ ਫਿਰ ਤਪੱਸਿਆ ਦਾ ਕਿਹੜਾ ਰੂਪ ਸਹੀ ਹੈ? ਮੁੜ ਬੁੱਧ ਕਥਾ ਯਾਦ ਆਉਂਦੀ ਹੈ ਕਿ ਸਾਜ ਦੀਆਂ ਤਾਰਾਂ ਨੂੰ ਨਾ ਬਹੁਤਾ ਕੱਸਣਾ ਅਤੇ ਨਾ ਹੀ ਬਹੁਤਾ ਢਿੱਲਾ ਛੱਡਣਾ। ਇਹਦਾ ਤਾਂ ਸਹੀ ਤਾਂ ਇਹ ਹੀ ਆ ਕਿ ਤਣਾਅ ਵਿੱਚੋਂ ਹੀ ਸੰਗੀਤ ਪੈਦਾ ਹੁੰਦਾ, ਪਰ ਇਹ ਕਿੰਨਾ ਕੁ ਤਣਾਅ, ਆਖਰ ਇਹ ਕਿੰਨਾ ਕੁ ਤਣਾਅ, ਇਹ ਪ੍ਰਸ਼ਨ ਬਹੁਤ ਮਹੱਤਵਪੂਰਨ ਆ। ਜਿਹੜੀਆਂ ਬਹੁਤੀਆਂ ਕਵਿਤਾਵਾਂ ਉਹ ਇਸ ਤਣਾਅ ਨੂੰ ਹੀ ਦੱਸਦੀਆਂ ਕਿ ਕਿੰਨਾ ਕੁ ਤਣਾਅ ਇਹਦੇ ਵਿੱਚ ਹੋ ਸਕਦਾ ਹੈ, ਕਿੰਨਾ ਕੁ ਤਣਾਅ ਹੋਣਾ ਚਾਹੀਦਾ। ਤਨਦੀਪ ਦੀਆਂ ਬਹੁਤੀਆਂ ਕਵਿਤਾਵਾਂ ਦੇ ਵਿੱਚ ਜਿਹੜਾ ਭਿੱਖੂ ਆ, ਤਨਦੀਪ ਦੀਆਂ ਬਹੁਤੀਆਂ ਕਵਿਤਾਵਾਂ ਦੇ ਭਿੱਖੂ ਤੇ ਪ੍ਰੇਮੀ ਨੇ ਇੱਕ ਰੂਪ ਹੀ ਹੋ ਜਾਂਦੇ ਆ, ਜੋਗੀ ਤੇ ਭੋਗੀ ਰਲ ਜਾਂਦੇ ਆ। ਕਈ ਵਾਰ ਇਹ ਲੱਗਦਾ ਕਿ ਉਹ ਭਿੱਖੂ ਨਹੀਂ ਗਾ, ਉਹ ਰਾਂਝਾ ਹੈ। ਇਹਨਾਂ ਨਾਂ ਵੀ ਬੜੀ ਖੇਡ ਖੇਡਦੇ। ਹੁਣ ਨਾਂ ਹੈਗਾ ਇਹਦਾ ਤਨਦੀਪ ਤਮੰਨਾ। ਤਮੰਨਾ ਕਦੇ ਮਰਦੀ ਨਹੀਂ। ਮੈਨੂੰ ਨਹੀਂ ਪਤਾ ਕਿ ਤਨਦੀਪ ਤਮੰਨਾ ਦਾ ਇਹ ਨਾਂ ਉਹਦੇ ਮਾਪਿਆਂ ਨੇ ਰੱਖਿਆ ਜਾਂ ਕਵੀ ਨੇ ਖੁਦ ਹੀ ਆਪਣੀ ਪਹਿਚਾਣ ਚੁਣੀ ਆ, ਪਰ ਤਨਦੀਪ ਆਪਣੇ ਆਪ ਵਿੱਚ ਹੀ ਤਨ ਦਾ ਦੀਪ ਆ, ਆਪਣੇ ਆਪ ਵਿੱਚ ਹੀ ਦੇਹੀ ਦਾ ਦੀਪ ਆ। ਇਹ ਪਦਾਰਥਕ ਤਨ ਵੱਲ ਸੰਕੇਤ ਕਰਦਾ ਹੈ। ਅਤੇ ਤਮੰਨਾ ਕੇਵਲ ਤਨ ਦੀ ਲੋਚਾ ਹੀ ਨਹੀਂ, ਮਨ ਦੀਆਂ ਛਾਵਾਂ ਵੀ ਹੁੰਦੀਆਂ। ਇਹ ਪੂਰੀਆਂ ਹੋਣ ਤਾਂ ਗੱਲ ਅੱਗੇ ਤੁਰਦੀ ਆ। ਅਸਲ ਵਿੱਚ ਤਾਂ ਪਦਾਰਥਕ ਅਵਸਥਾ ਹੰਡਾਉਣੀਆਂ ਨਾ ਹੰਡਾਉਣੀਆਂ, ਛਾਵਾਂ ਪੂਰੀਆਂ ਹੋਣੀਆਂ ਜਾਂ ਨਾ ਪੂਰੀਆਂ ਹੋਣੀਆਂ, ਜਦੋਂ ਸੱਚੀ ਬੇਅਰਥ ਹੋ ਜਾਣ ਤਾਂ ਕਈ ਆਪਾ ਵਿਰੋਧੀ ਭਾਵ ਉਪਜਦੇ ਆ ਕਿ ਜ਼ਿੰਦਗੀ ਦੀ ਛਿਣ ਭੰਗਰਤਾ, ਬੇਅਰਥਤਾ, ਦੁੱਖਾਂ ਦਾ ਅਹਿਸਾਸ, ਮੌਤ ਦੀ ਸੱਚਾਈ, ਕੁਦਰਤ ਦੀ ਵਿਰਾਟਤਾ, ਮਾਨਵੀ ਹੋਂਦ ਦੀ ਬੇਅਰਥਤਾ ਇੱਕੋ ਵੇਲੇ ਇਕੱਠੀਆਂ ਹੋ ਜਾਂਦੀਆਂ। ਇਸ ਬੇਅਰਥਤਾ ਵਿੱਚੋਂ ਹੀ ਨਿਰਾਸ਼ਾ ਪੈਦਾ ਹੁੰਦੀ ਆ, ਉਦਾਸੀ ਪੈਦਾ ਹੁੰਦੀ ਆ, ਅਤੇ ਕੁਦਰਤ ਆ ਜਿਹੜੀ ਕਦੇ ਸਾਨੂੰ ਡਰਾਉਣੀ ਲੱਗਦੀ ਆ ਅਤੇ ਕਦੇ ਉਹ ਵਸਮਾਦ ਵਿੱਚ ਚਲੀ ਜਾਂਦੀ ਆ, ਕਿ ਤੁਹਾਨੂੰ ਵਸਮਾਦ ਵਿੱਚ ਲੈ ਜਾਂਦੀ ਆ। ਇੱਕ ਛਿਣ ਨੂੰ ਮੰਨਣਾ ਸਿੱਖਣਾ ਵੀ ਬਹੁਤ ਔਖਾ ਹੈ। ਕਹਿਣਾ ਬੜਾ ਸੌਖਾ ਕਿ ਬ੍ਰਹਮ ਗਿਆਨੀ ਕੌਣ, ਜੋ ਦੁੱਖ ਸੁੱਖ ਨੂੰ ਸਮ ਕਰਕੇ ਜਾਣੇ, ਅਤੇ ਦੁੱਖ ਸੁੱਖ ਨੂੰ ਸਮ ਕਰਕੇ ਜਾਣਿਆ ਜਾ ਸਕਦਾ। ਇਹਦੇ ਲਈ ਕਿ ਮੌਤ ਨੂੰ ਕੀ ਜਸ਼ਨ ਵਾਂਗ ਲਿਆ ਜਾ ਸਕਦਾ। ਸਹਿਜ ਵਿੱਚ ਵਿਚਰਨਾ ਸਿੱਖਣਾ
ਜੇ ਤੁਸੀਂ ਸਿੱਖ ਗਏ ਤਾਂ ਫਿਰ ਤੁਹਾਨੂੰ ਖੁਦ ਭਿੱਖੂ ਦੀ ਭਾਲ ਨਹੀਂ ਰਹਿੰਦੀ, ਖੁਦ ਤੁਸੀਂ ਭਿੱਖੂ ਹੀ ਹੋ ਜਾਂਦੇ ਆ। ਤੇ ਜਿਹੜੀਆਂ ਬਹੁਤੀਆਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਹੈ ਉਹ ਅਸਲ ਦੇ ਵਿੱਚ ਖੁਦ ਭਿੱਖੂ ਹੋ ਜਾਣ ਦੀ ਇੱਕ ਜਿਹਨੂੰ ਕਹਿ ਸਕਦੇ ਆ ਯਾਤਰਾ ਹੈ। ਜਿਹੜੀਆਂ ਤਨਦੀਪ ਦੀਆਂ ਜ਼ਿਆਦਾ ਕਵਿਤਾਵਾਂ ਨੇ ਨਾ ਉਹ ਪ੍ਰੇਮੀ ਰੂਪ ਤਾਂ ਹੈ ਹੀ ਹੈ, ਪੰਜਾਬੀ ਸੱਭਿਆਚਾਰ ਦੇ ਨੇੜੇ ਰਹਿੰਦੀਆਂ, ਰੁੱਤਾਂ ਤੇ ਮੌਸਮਾਂ ਦੇ ਉੱਤੇ ਉਹਨੂੰ ਬਹੁਤ ਵਸੀਕਾਰ ਆ, ਉਹ ਰੁੱਤਾਂ ਦਾ ਬਹੁਤ ਜ਼ਿਕਰ ਕਰਦੀ ਆ। ਉਪਨਿਸ਼ਦਾਂ ਦਾ ਉਹਦੇ 'ਤੇ ਪ੍ਰਭਾਵ ਆ। ਜਦੋਂ ਕਿ ਪਰਮਿੰਦਰ ਸੋਢੀ ਦੀਆਂ ਕਵਿਤਾਵਾਂ ਦੇ ਉੱਤੇ ਮੈਨੂੰ ਇਹ ਲੱਗਿਆ ਕਿ ਜ਼ਿਆਦਾ ਜਿਹੜਾ ਹੈਗਾ ਜਾਪਾਨੀ ਜ਼ੈਨ ਵਿਚਾਰਧਾਰਾ ਦਾ, ਖਾਸ ਕਰਕੇ ਹਾਈਕੂ ਕਾਵ ਤੇ ਕਥਾਵਾਂ ਦਾ, ਜਿਹੜਾ ਹਾਈਕੂ ਤੇ ਕਥਾਵਾਂ ਦਾ ਮੇਲ ਆ, ਉਹਦਾ ਨਾ ਜਿਹੜਾ ਭਿੱਖੂ ਆ ਰਵਾਇਤੀ ਭਿੱਖੂ ਦਾ ਨਾ ਉਦਨੁਕੀਕਰਨ ਹੋ ਜਾਂਦਾ। ਜਦੋਂ ਕਿ ਤਨਦੀਪ ਦਾ ਜਿਹੜਾ ਭਿੱਖੂ ਆ ਜ਼ਿਆਦਾਤਰ ਉੱਥੇ ਹੀ ਖੜਾ ਹੈ, ਪਰ ਜਿਹੜਾ ਪਰਮਿੰਦਰ ਸੋਢੀ ਦਾ ਭਿੱਖੂ ਆ ਉਹਦਾ ਉਦਨੁਕੀਕਰਨ ਹੋਇਆ ਹੋਇਆ। ਵੈਸੇ ਤਾਂ ਇਸ ਤਰ੍ਹਾਂ ਦੀ ਸ਼ਾਇਦ ਦੋਹਾਂ ਦੇ ਵਿੱਚ ਤੁਲਨਾ ਕਰਨੀ ਜਾਇਜ਼ ਨਹੀਂ, ਪਰ ਜਦੋਂ ਅਸੀਂ ਨਾਲੋਂ ਨਾਲ ਕਵਿਤਾਵਾਂ ਪੜ੍ਹਦੇ ਹਾਂ ਤਾਂ ਜ਼ਰੂਰ ਸਾਡੇ ਮਨ ਵਿੱਚ ਕੁਝ ਵਿਚਾਰ ਉਪਜਦੇ ਆ। ਪਰਮਿੰਦਰ ਸੋਢੀ ਦੀ ਕਵਿਤਾਵਾਂ ਵਿੱਚ ਨਾ ਕੁਦਰਤ ਜ਼ਿਆਦਾ ਹੈ ਤੇ ਕੁਝ ਵਰਤਾਂਤਕ ਕਥਾਵਾਂ ਜਿਹੜੀਆਂ ਉਹ ਇੱਕ ਤਰ੍ਹਾਂ ਦਾ ਕਾਵ ਰੂਪਾਂਤਰਨ ਹੈ ਵਰਤਾਂਤਕ ਕਥਾਵਾਂ ਦਾ। ਦਾਰਸ਼ਨਿਕ ਵਧੇਰੇ ਆ ਤੇ ਗੁਰਬਾਣੀ ਦਾ ਪ੍ਰਭਾਵ ਵੀ ਵਧੇਰੇ ਤੀਬਰ ਹੈਗਾ। ਹਾਲਾਂਕਿ ਕਿਤੇ ਗੁਰਬਾਣੀ ਦੀਆਂ ਲਾਈਨਾਂ ਨਹੀਂ ਆਉਂਦੀਆਂ, ਪਰ ਗੁਰਬਾਣੀ ਦਾ ਪ੍ਰਭਾਵ ਵਧੇਰੇ ਤੀਬਰ ਆ। ਜੈਸੇ ਜਲ ਮੇ ਕਮਲ ਨਰਾਲਮ ਵਾਲੀ ਜਿਹੜੀ ਗੱਲ ਆ ਵਾਰ-ਵਾਰ ਆਉਂਦੀ ਆ, ਹੱਸਦਿਆਂ ਖੇਡਦਿਆਂ ਮੁਕਤ ਹੋਣ ਦਾ ਪ੍ਰਭਾਵ ਆਉਂਦਾ ਹੈ। ਖਾਸ ਕਰਕੇ ਇਹ ਕਿ ਜਿਹੜਾ ਭਿੱਖੂ ਆ ਉਹ ਬਾਰਾਂ ਦੇ ਵਿੱਚ ਜਾਂ ਕਾਫੀ ਹਾਊਸ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਿਹੜੀਆਂ ਗੇਸ਼ਾ ਕੁੜੀਆਂ ਹੈਗੀਆਂ, ਮੈਨੂੰ ਉਹਦੀ ਪਰੰਪਰਾ ਬਾਰੇ ਬਹੁਤਾ ਨਹੀਂ ਪਤਾ, ਜਿੰਨਾ ਕੁ ਮੈਂ ਉਹਦੇ ਬਾਰੇ ਪੜ੍ਹਿਆ ਉਸ ਪਰੰਪਰਾ ਬਾਰੇ ਕਿ ਉਹ ਕੁੜੀਆਂ ਜਿਹੜੀਆਂ ਤਨ ਮਨ ਦੀ ਸੇਵਾ ਕਰਦੀਆਂ, ਉਹ ਭਿੱਖੂ ਜਿਹੜਾ ਉਹ ਸੇਵਾ ਕਰਦਾ ਕਰਵਾਉਂਦਾ, ਉਹਨਾਂ ਵਿੱਚ ਵਿਚਰਦਾ ਵੀ, ਉਹਨਾਂ ਤੋਂ ਨਿਰਲੇਪ ਰਹਿੰਦਾ। ਇਹ ਜਿਹੜਾ ਆਧੁਨਿਕ ਭਿੱਖੂ ਬਣਾਇਆ ਹੈਗਾ ਪਰਮਿੰਦਰ ਸੋਢੀ ਦਾ, ਮੈਨੂੰ ਲੱਗਦਾ ਕਿ ਉਹਦੀ ਜਿਹੜੀ ਵੱਡੀ ਪ੍ਰਾਪਤੀ ਜੇ ਮੈਂ ਕਹਾਂ ਕਿ ਵੀ ਉਹ ਇਸ ਕਿਸਮ ਦੀ ਆ ਕਿ ਉਹ ਸਾਰਾ ਕੁਝ ਕਰਦਾ ਵੀ ਆ। ਮੰਨ ਲਓ ਉਹਦੀ ਕਵਿਤਾ ਹੈਗੀ ਆ ਕਿ ਉਹ ਮਹਾਨਗਰ ਪਹੁੰਚ ਜਾਂਦਾ ਹੈ, ਗੇਸ਼ਾ ਕੁੜੀਆਂ ਉਸਦੇ ਕਾਸੇ ਨੂੰ ਚੁੰਮਣਾ ਜੱਫੀਆਂ ਤੇ ਰੰਗਾਂ ਨਾਲ ਨੱਕੋ ਨੱਕ ਭਰ ਦਿੰਦੀਆਂ। ਗਈ ਰਾਤ ਕੁੱਟਿਆ ਪਰਤ ਸੌਣ ਤੋਂ ਪਹਿਲਾਂ ਭਿੱਖੂ ਸੋਚਦਾ ਇੰਨਾ ਵੀ ਰੰਗਹੀਨ ਨਹੀਂ ਹੈ ਸੰਸਾਰ। ਤਾਂ ਇਸ ਕਿਸਮ ਦੀ ਜਿਹੜੀ ਕਵਿਤਾ ਹੈਗੀ ਆ ਉਹ ਮੈਨੂੰ ਉਹਦੀ ਬਹੁਤ ਪ੍ਰਭਾਵਿਤ ਕਰਦੀ ਆ। ਅਸਲ ਗੱਲ ਤਾਂ ਇਹ ਆ ਕਿ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਨਾ, ਮੰਨਣਾ, ਸਮਝਣਾ ਬਹੁਤ ਸੌਖਾ ਹੈ, ਅਮਲ 'ਚ ਲਿਆਉਣਾ ਬਹੁਤ ਔਖਾ ਹੈ। ਕਿਉਂਕਿ ਜਿਹੜੀ ਸਾਡੀ ਭੱਜ ਦੌੜ ਦੀ ਜ਼ਿੰਦਗੀ ਆ ਉਹਦੇ ਵਿੱਚ ਬੰਦੇ ਦਾ ਜਿਹੜਾ ਬਹੁਤਾ ਸਮਾਂ ਹੈ ਉਹ ਰੋਟੀ ਰੋਜੀ ਅਰਜਿਤ ਕਰਦਿਆਂ ਹੀ ਲੰਘ ਜਾਂਦਾ ਹੈ। ਜਦੋਂ ਉਸ ਦੌੜ ਤੋਂ ਕੁਝ ਸਮਾਂ ਮਿਲਦਾ ਹੈ ਤਾਂ ਬਾਜ਼ਾਰ, ਖਾਸ ਕਰਕੇ ਜਿਹੜਾ ਮਨੋਰੰਜਨੀ ਬਾਜ਼ਾਰ ਆ, ਉਹ ਵਿਅਕਤੀ ਨੂੰ ਘੇਰ ਲੈਂਦਾ ਹੈ ਤੇ ਦਾਰਸ਼ਨਿਕ ਪ੍ਰਸ਼ਨਾਂ ਨੂੰ ਤਾਂ ਛੱਡੋ, ਆਪਣੇ ਕੋਲ ਵੀ ਨਹੀਂ ਬਹਿਣ ਦਿੰਦਾ। ਆਪਣੇ ਕੋਲੇ ਬਹਿਣ ਦੀ ਕਵਿਤਾ ਹੈ। ਮੈਂ ਇਸ ਨੂੰ ਪੜ੍ਹਦਿਆਂ ਮਹਿਸੂਸ ਕੀਤਾ ਕਿ ਲਿਖਣ ਲਈ ਇੱਕ ਪੜਾਅ ਤੈਅ ਕਰਨਾ ਪੈਂਦਾ ਹੈ। ਇਹ ਕੇਵਲ ਲਿਖਣ ਦੀ ਨਹੀਂ ਸਗੋਂ ਜ਼ਿੰਦਗੀ ਜੀਣ ਦੀ ਕਲਾ ਦੀ ਕਵਿਤਾ ਹੈਗੀ ਆ। ਇਹ ਨਾ ਵੀ ਲਿਖੀਆਂ ਜਾਂਦੀਆਂ ਤਾਂ ਇਹ ਇੱਕ ਜ਼ਿੰਦਗੀ ਜੀਵੀ ਆ। ਦੋਵਾਂ ਕਵੀਆਂ ਨੇ ਉਹ ਭਿੱਖੂਆਂ ਵਾਲੀ ਜ਼ਿੰਦਗੀ ਆ ਕਿ ਜ਼ਿੰਦਗੀ ਜੀਣੀ ਵੀ ਆ, ਉਸ ਦੇ ਵਿੱਚ ਜਿਹੜੀਆਂ ਦੁਸ਼ਵਾਰੀਆਂ ਉਹਨਾਂ ਦਾ ਸਾਹਮਣਾ ਵੀ ਕਰਨਾ ਹੈ, ਇਸ ਦੇ ਨਾਲ ਹੀ ਇਸ ਦੁਨੀਆ ਤੋਂ ਨਿਰਲੇਪ ਵੀ ਰਹਿਣਾ। ਇਹਨਾਂ ਦੋਹਾਂ ਦੌਰਾਨ ਜਿਹੜਾ ਸੰਤੋਲ ਆ ਉਹ ਕਵੀਆਂ ਨੇ ਬਣਾਇਆ ਜਾਂ ਕਵੀਆਂ ਨੇ ਉਸ ਦਾ ਇੱਕ ਰਾਹ ਦਰਸਾਇਆ। ਮੈਨੂੰ ਆਪਣੇ ਆਪ ਦੇ ਵਿੱਚ ਇਹ ਕਿਤਾਬ ਪੜ੍ਹਦਿਆਂ ਇੱਕ ਵੱਖਰੇ ਕਿਸਮ ਦਾ ਅਨੁਭਵ ਹੋਇਆ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਮੇਰੇ ਬਹੁਤੇ ਵਿਚਾਰ ਆ ਜਿਹੜੇ ਜ਼ਿੰਦਗੀ ਦੇ ਪ੍ਰਤੀ, ਜਿਹੜਾ ਮੇਰਾ ਜੀਵਨ ਦ੍ਰਿਸ਼ਟੀਕੋਣ ਆ ਉਹ ਕਾਫੀ ਹੱਦ ਤੱਕ ਵੱਖਰਾ ਢੰਗ ਦਾ ਹੈਗਾ, ਪਰ ਇਸ ਕਿਤਾਬ ਨੂੰ ਪੜ੍ਹਦਿਆਂ ਮੈਂ ਕੁਝ ਆਪਣੇ ਆਪ ਨੂੰ ਬਦਲਦਿਆਂ ਮਹਿਸੂਸ ਕੀਤਾ। ਇੱਕ ਵਾਰ ਮੈਂ ਇੰਨੀਆਂ ਗੱਲਾਂ, ਜੇ ਕੁਝ ਦੋਸਤਾਂ ਨੇ ਕੁਝ ਹੋਰ ਗੱਲਾਂ ਕੀਤੀਆਂ ਤੇ ਫਿਰ ਆਪਾਂ ਅੱਗੇ ਇਸ ਕਿਤਾਬ ਤੇ ਹੋਰ ਗੱਲਾਂ ਵੀ ਕਰਾਂਗੇ। ਮਿਹਰਬਾਨੀ, ਸ਼ੁਕਰੀਆ। ਬਹੁਤ ਵਧੀਆ।